मैं एक दिन पौनवें करोड़पति देख रहा सी मैंने तो ਉਹ ਚ ਇੱਕ ਦੋ ਵਾਰੀ ਕੁਐਸਚਨਸ ਉਹਨਾਂ ਨੇ ਪੁੱਛੇ ਤੇ ਮੈਂ ਕਿਹਾ ਵੀ ਆਪਾਂ ਵੀ ਇਹਨਾਂ ਨੂੰ ਦੱਸ ਦਈਏ ਸਰ ਫਿਰ ਇੱਕ ਐਵੇਂ ਕੀ ਪਤਾ ਤੁਹਾਡੇ ਚਲਾ ਜਾਊ ਕੇਬੀਸੀ ਚ ਇੱਕ ਆਪਣਾ ਪੁੱਛਿਆ ਨਾ ਜਿਹੜਾ ਮਤਲਬ ਕਿਹੜੇ ਉਹਦੀ ਨਹੀਂ ਹੈਗੀ ਮਹਾਰਾਸ਼ਟਰ ਜਿਹੜਾ ਆਨਸਰ ਸੀਗਾ ਕੋਈ ਲੇਡੀ ਨਹੀਂ ਹਾਂ ਲੇਡੀ ਨਹੀਂ ਬਣੀ ਸਰ ਸਾਰੇ ਸਟੇਟ ਹੋ ਗਏ ਸੀ ਉਹ ਕੇਬੀਸੀ ਵਾਲਿਆਂ ਨੇ ਜਾਂ ਤਾਂ ਲੂਸੈਂਟ ਚ ਕੁਐਸਚਨ ਪਾਇਆ ਲੂਸੈਂਟ ਵਾਲੇ ਨੇ ਕੇਬੀਸੀ ਚ ਦੇਖ ਕੇ ਪਾਇਆ ਠੀਕ ਨਹੀਂ ਚਲੋ ਐਨੀਵੇਜ਼ ਫਿਲਹਾਲ ਆਪਾਂ ਇੰਡੀਅਨ ਜੁਡੀਸ਼ਰੀ ਕਰ ਰਹੇ ਹਾਂ ਜੀ ਸਾਡਾ ਟੌਪਿਕ ਹੈਗਾ ਮਾਸਟਰ ਕੈਡਰ ਦੇ ਪੇਪਰ ਦਾ ਇੰਡੀਅਨ ਜੁਡੀਸ਼ਰੀ ਠੀਕ ਹੈ ਤਾਂ ਇੰਡੀਅਨ ਜੁਡੀਸ਼ਰੀ ਦੇ ਵਿੱਚ ਦੋ ਤਰ੍ਹਾਂ ਦੀ ਜੁਡੀਸ਼ਰੀ ਕੋਰਟਸ ਆਪਾਂ ਪੜ੍ਹਨੀ ਹੈ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਹੈ ਫਿਰ ਹਾਈ ਕੋਰਟ ਹੈ ਠੀਕ ਹੈ ਤਾਂ ਸੁਪਰੀਮ ਕੋਰਟ ਦਾ ਜਿਹੜਾ ਵਰਣਨ ਕੀਤਾ ਗਿਆ ਹੈ ਸਾਡੇ ਸੰਵਿਧਾਨ ਦੇ ਭਾਗ ਨੰਬਰ 5 ਦੇ ਵਿੱਚ ਹੀ ਕੀਤਾ ਗਿਆ ਆਰਟੀਕਲ 124 ਤੋਂ ਲੈ ਕੇ 147 ਤੱਕ ਆਉਂਦਾ ਠੀਕ ਹੈ ਜੀ ਉਸ ਤੋਂ ਬਾਅਦ ਸੁਪਰੀਮ ਕੋਰਟ ਜਿਹੜੀ ਬਣੀ 28 ਜਨਵਰੀ 1950 ਨੂੰ ਇਨੈਗੋਰੇਟ ਹੋ ਗਈ ਠੀਕ ਹੈ ਇਹ ਤੋਂ ਪਹਿਲਾਂ ਤੁਹਾਨੂੰ ਜੇ ਯਾਦ ਹੋਵੇ ਇੱਕ ਸੁਪਰੀਮ ਕੋਰਟ ਬਣੀ ਸੀ ਕਲਕੱਤਾ ਦੇ ਵਿੱਚ ਸਨ 1774 ਚ ਹੈ ਨਾ ਤੇ ਇਹ ਉਹ ਨਹੀਂ ਹੈਗੀ ਇਹ ਉਹ ਕੋਰਟ ਹੈ ਇੱਕ ਹੋਰ ਕੋਰਟ ਬਣੀ ਸੀ ਦਿੱਲੀ ਦੇ ਵਿੱਚ ਇੱਕ ਹੋਰ ਸੁਪਰੀਮ ਕੋਰਟ ਬਣੀ ਸੀ ਸਨ 1935 ਦੇ ਐਕਟ ਨਾਲ ਇਹ ਉਹਦੀ ਸਕਸੈਸਰ ਹੈ ਕਿਤੇ ਤੁਸੀਂ ਇਹ ਨਾ ਸੋਚ ਲਿਓ ਵੀ ਸਰ 1774 ਚ ਵੀ ਇੱਕ ਸੁਪਰੀਮ ਕੋਰਟ ਬਣੀ ਸੀ ਕਲਕੱਤਾ ਚ ਹੈ ਨਾ ਜਿਹਦੇ ਚ ਇੱਕ ਚੀਫ ਜਸਟਿਸ ਹੁੰਦਾ ਸੀ ਪਲੱਸ ਹੋਰ 3 ਜੱਜ ਹੁੰਦੇ ਸੀ ਐਲੀਜਾ ਐਮਫੇ ਉਹਦਾ ਪਹਿਲਾ ਚੀਫ ਜਸਟਿਸ ਹੈਗਾ ਸੀ ਮੈਂ ਉਹਦੀ ਗੱਲ ਨਹੀਂ ਕਰ ਰਿਹਾ ਠੀਕ ਹੈ ਨਾ ਮੈਂ ਤਾਂ ਉਸ ਸੁਪਰੀਮ ਕੋਰਟ ਦੀ ਗੱਲ ਕਰ ਰਿਹਾ ਜਿਹਨੂੰ ਪਹਿਲਾਂ ਫੈਡਰਲ ਕੋਰਟ ਕਹਿੰਦੇ ਹੁੰਦੇ ਸੀ ਜਿਹੜੀ 1935 ਦੇ ਐਕਟ ਨਾਲ ਬਣੀ ਸੀ ਜਦੋਂ ਸਾਡਾ ਦੇਸ਼ ਆਜ਼ਾਦ ਹੋ ਗਿਆ ਫਿਰ ਇਹਦੀ ਸਾਰੀ ਪਾਵਰਸ ਨੂੰ ਸਾਡੀ ਸੁਪਰੀਮ ਕੋਰਟ ਨੇ ਲੈ ਲਿਆ ਜੋ ਕਿ 28 ਜਨਵਰੀ 1950 ਨੂੰ ਬਣ ਗਈ ਤਿਆਰ ਹੋ ਗਈ ਠੀਕ ਹੈ ਨਾ ਸਮਝਿਓ ਗੱਲ ਹੁਣ ਸਾਡੇ ਦੇਸ਼ ਦੇ ਵਿੱਚ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਨਿਆਇਕ ਸਾਡਾ ਜਿਹੜਾ ਸਿਸਟਮ ਹੈ ਉਹ ਸਾਰਾ ਇੰਟੀਗ੍ਰੇਟਿਡ ਹੈ ਆਪਸ 'ਚ ਜੁੜਿਆ ਹੋਇਆ ਇੱਕ ਦੂਸਰੇ ਦੇ ਨਾਲ ਇੰਟੀਗ੍ਰੇਸ਼ਨ ਹੈ ਇੱਕ ਦੂਜੇ ਦੇ ਨਾਲ ਇਹਨਾਂ ਦੀ ਆਪਸ 'ਚ ਤਾਲਮੇਲ ਬਣਿਆ ਹੋਇਆ ਠੀਕ ਹੈ ਜੀ ਇਹ ਨਹੀਂ ਹੈਗਾ ਅਮਰੀਕਾ ਵਾਂਗੂ ਨਹੀਂ ਹੈਗਾ ਅਮਰੀਕਾ 'ਚ ਪਤਾ ਕੀ ਸਿਸਟਮ ਹੈ ਮੰਨ ਲਓ ਪੂਰਾ ਅਮਰੀਕਾ ਹੈ ਉੱਥੇ ਇੱਕ ਹੈਗਾ ਸੈਂਟਰ ਦੇ ਵਿੱਚ ਉਹਨਾਂ ਦੀ ਹੈਗੀ ਫੈਡਰਲ ਕੋਰਟ ਜਿਵੇਂ ਸਾਡੇ ਸੁਪਰੀਮ ਕੋਰਟ ਹੈ ਨਾ ਅਮਰੀਕਾ 'ਚ ਫੈਡਰਲ ਕੋਰਟ ਕਹਿੰਦੇ ਆ ਅਤੇ ਉਹਨਾਂ ਦੇ ਹਰੇਕ ਰਾਜ ਦੇ ਵਿੱਚ ਉਹਨਾਂ ਦੀ ਪ੍ਰੋਵਿੰਸ਼ੀਅਲ ਕੋਰਟਸ ਹੈਗੀਆਂ ਨੇ ਠੀਕ ਹੈ ਨਾ ਹੁਣ ਉੱਥੇ ਕੀ ਸਿਸਟਮ ਹੈ ਉੱਥੇ ਇਹਨਾਂ ਨੇ ਆਪਸ 'ਚ ਪਾਵਰਾਂ ਵੰਡੀਆਂ ਹੋਈਆਂ ਨੇ ਆਪਣੀਆਂ ਵੀ ਕੁਝ ਪਾਵਰਾਂ ਦਾ ਫੈਡਰਲ ਕੋਰਟ ਕੋਲ ਨੇ ਬਾਕੀ ਪ੍ਰੋਵਿੰਸ਼ੀਅਲ ਕੋਰਟਸ ਕੋਲ ਨੇ ਹੁਣ ਫੈਡਰਲ ਕੋਰਟ ਸਿਰਫ ਉਹਨਾਂ ਚੀਜ਼ਾਂ ਦੇ ਉੱਪਰ ਹੀ ਆਪਣਾ ਫੈਸਲਾ ਸੁਣਾ ਸਕਦੀ ਹੈ ਜਿਹੜੀ ਉਹਦੇ ਪਾਵਰ 'ਚ ਆਉਂਦੇ ਨੇ ਪ੍ਰੋਵਿੰਸ਼ੀਅਲ ਕੋਰਟਸ ਸਿਰਫ ਉਹਨਾਂ ਵਿਸ਼ਿਆਂ 'ਤੇ ਹੀ ਸੁਣਾਊਗੀ ਜਿਹੜੀਆਂ ਉਹ 'ਚ ਪਾਵਰ 'ਚ ਆਉਂਦੀਆਂ ਨੇ ਠੀਕ ਹੈ ਨਾ ਪਰ ਸਾਡੇ ਦੇਸ਼ 'ਚ ਇੱਦਾਂ ਨਹੀਂ ਹੈਗਾ ਸਾਡੀ ਜਿਹੜੀ ਸੁਪਰੀਮ ਕੋਰਟ ਹੈ ਜੇ ਅਸੀਂ ਆਪਣੀ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਉਹ ਸਾਰੀਆਂ ਸਟੇਟਾਂ ਦੇ ਉੱਪਰ ਉਹਦੀ ਪਾਵਰ ਕਿਸੇ ਵੀ ਵਿਸ਼ੇ ਦੇ ਉੱਪਰ ਉਹ ਜਜਮੈਂਟ ਆਪਣੀ ਦੇ ਸਕਦੀ ਹੈ ਕੁਝ ਕੁ ਵਿਸ਼ੇ ਉਹ ਜਿਹੇ ਹੈਗੇ ਨੇ ਜਿਹੜੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਤੋਂ ਅਲੱਗ ਰੱਖੇ ਗਏ ਨੇ ਇਹਨਾਂ ਦੀ ਪਾਵਰ ਤੋਂ ਵਾਂਝੇ ਰੱਖੇ ਗਏ ਨੇ ਕੁਝ ਕੁ ਮੁੱਦੇ ਇਹੋ ਜਿਹੇ ਹੁੰਦੇ ਨੇ ਮੈਂ ਤੁਹਾਨੂੰ ਦੱਸੂਗਾ ਕਿਹੜੇ ਮੁੱਦੇ ਨੇ 4-5 ਮੁੱਦੇ ਨੇ ਇਹੋ ਜਿਹੇ ਪਰ ਉਹ ਤੋਂ ਇਲਾਵਾ ਜੇ ਉਹਨੂੰ ਛੱਡਦੀ ਆਪਾਂ ਸੁਪਰੀਮ ਕੋਰਟ ਜਿਹੜੀ ਹੈਗੀ ਹੈ ਤਕਰੀਬਨ ਇਹਦੀ ਪਾਵਰ ਪੂਰੇ ਦੇਸ਼ 'ਤੇ ਹੀ ਲਾਗੂ ਹੁੰਦੀ ਹੈ ਠੀਕ ਹੈ ਨਾ ਮੈਂ ਅਮਰੀਕਾ ਵਾਂਗੂ ਨਹੀਂ ਹੈਗਾ ਵੀ ਬਸ ਜਿਹੜੇ ਮੁੱਦੇ ਪਹਿਲਾਂ ਮਤਲਬ ਉਹਨਾਂ ਨੇ ਡਿਸਾਈਡ ਕਰ ਲਏ ਉਹਨਾਂ 'ਤੇ ਹੋਊਗੀ ਇਹ ਪੂਰੇ ਦੇਸ਼ ਦੀ ਕੋਰਟ ਹੈ ਪੂਰੇ ਇੰਡੀਆ ਦੀ ਕੋਰਟ ਹੈ ਠੀਕ ਹੈ ਨਾ ਅੱਛਾ ਬਾਕੀ ਸੁਪਰੀਮ ਕੋਰਟ ਤੋਂ ਨੀਚੇ ਜਿਹੜੀ ਹਾਈ ਕੋਰਟਸ ਹੁੰਦੀਆਂ ਹਰੇਕ ਸਟੇਟ 'ਚ ਸਟੇਟ ਲੈਵਲ ਦੀ ਹਾਈ ਕੋਰਟ ਹੈ ਜ਼ਿਲ੍ਹੇ ਲੈਵਲ ਦੀ ਡਿਸਟ੍ਰਿਕਟ ਕੋਰਟ ਹੁੰਦੀ ਹੈ ਉਹ ਤੋਂ ਬਾਅਦ ਲੋਅਰ ਕੋਰਟਸ ਵੀ ਹੁੰਦੀਆਂ ਨੇ ਠੀਕ ਹੈ ਨਾ ਉਹਨਾਂ ਦੇ ਕਈ ਪ੍ਰਕਾਰ ਹੁੰਦੇ ਨੇ ਉਹਦੇ ਲਈ ਐਕਸਟਰਾ ਤੋਂ ਆਪਾਂ ਲੈਕਚਰ ਦੇਵਾਂਗੇ ਲਾਸਟ 'ਤੇ ਜਦੋਂ ਸੁਪਰੀਮ ਕੋਰਟ ਤੇ ਹਾਈ ਕੋਰਟ ਕਰ ਲਿਆ ਆਪਾਂ ਨੇ ਠੀਕ ਹੈ ਜੀ ਸੁਪਰੀਮ ਕੋਰਟ ਚੱਲੀਏ ਅੱਗੇ ਹੁਣ ਸੁਪਰੀਮ ਕੋਰਟ ਜਦੋਂ ਬਣੀ ਸਟਾਰਟਿੰਗ ਦੇ ਵਿੱਚ ਆਪਾਂ ਕਿਹਾ ਹੈ ਨਾ 1950 ਦੇ ਵਿੱਚ ਆਹ ਦੇਖੋ 28 ਜਨਵਰੀ 1950 ਉਦੋਂ ਸੁਪਰੀਮ ਕੋਰਟ ਦੇ ਵਿੱਚ 8 ਜੱਜ ਹੁੰਦੇ ਸੀ ਠੀਕ ਹੈ ਨਾ ਤੇ ਜਾਂ ਪਿੱਛੇ ਜੇ ਹੁਣੇ ਮਤਲਬ ਕਿ 2019 ਦੇ ਵਿੱਚ ਸੁਪਰੀਮ ਕੋਰਟ ਦੀ ਜਿਹੜੀ ਜੱਜਿਸ ਦੀ ਹੁਣ ਗਿਣਤੀ ਹੈ 34 ਹੋ ਗਈ ਹੈ ਠੀਕ ਹੈ ਜੀ ਪਹਿਲਾਂ 31 ਹੁੰਦੇ ਸੀ ਹੁਣ 34 ਹੋ ਗਏ ਇੱਕ ਚੀਫ ਜਸਟਿਸ ਪਲੱਸ 33 ਹੋਰ ਜੱਜ ਠੀਕ ਹੈ ਜੀ ਤਾਂ ਪਹਿਲਾਂ ਸਟਾਰਟਿੰਗ 'ਚ 8 ਹੁੰਦੇ ਸੀ ਜਦੋਂ ਸੁਪਰੀਮ ਕੋਰਟ ਬਣੀ ਸੀ ਸਾਡੀ 1950 'ਚ ਠੀਕ ਹੈ ਨਾ ਸਭ ਲਿਖਿਆ ਹੋਇਆ ਤੁਹਾਡੇ ਆਲਰੇਡੀ ਅੱਛਾ ਜੇਕਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਸੁਪਰੀਮ ਕੋਰਟ ਦੀ ਜੱਜ ਵਧਾਈਏ ਤਾਂ ਇਹ ਕੌਣ ਡਿਸਾਈਡ ਕਰੂਗਾ ਇਹ ਪਾਰਲੀਮੈਂਟ ਡਿਸਾਈਡ ਕਰੂਗਾ ਠੀਕ ਹੈ ਜੇਕਰ ਪ੍ਰੈਜ਼ੀਡੈਂਟ ਨੂੰ ਲੱਗਦਾ ਸੁਣੋ ਜੇ ਪ੍ਰੈਜ਼ੀਡੈਂਟ ਨੂੰ ਲੱਗਦਾ ਕਿ ਸੁਪਰੀਮ ਕੋਰਟ ਦੇ ਜੱਜਿਸ ਵਧਾਉਣ ਦੀ ਲੋੜ ਹੈ ਤਾਂ ਫਿਰ ਉਹ ਪਾਰਲੀਮੈਂਟ ਜਿਹੜਾ ਹੈਗਾ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਹੋਊਗਾ ਤੇ ਪਾਰਲੀਮੈਂਟ ਕੋਲ ਸ਼ਕਤੀ ਉਹਨੂੰ ਵਧਾ ਸਕਦੀ ਹੈ ਕਲੀਅਰ ਹੋ ਗਈ ਗੱਲ ਅਪਾਇੰਟਮੈਂਟ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਪ੍ਰੈਜ਼ੀਡੈਂਟ ਰਾਸ਼ਟਰਪਤੀ ਕਰਦਾ ਜੀ ਬਾਕੀ ਜੱਜਾਂ ਨੂੰ ਪੁੱਛ ਕੇ ਹੁਣ ਇਹ ਬਾਕੀ ਜੱਜ ਕੌਣ ਨੇ ਇਹਨਾਂ ਬਾਰੇ ਆਪਾਂ ਡਿਸਕਸ ਕਰਦੇ ਹਾਂ ਬਹੁਤ ਇੰਪੋਰਟੈਂਟ ਚੀਜ਼ ਹੈ ਦੇਖੋ ਇਹ ਗੱਲ ਕਲੀਅਰ ਹੈ ਤੁਹਾਨੂੰ ਵੀ ਸੁਪਰੀਮ ਕੋਰਟ ਹੈ ਮੰਨ ਲਓ ਹੈ ਨਾ ਪਹਿਲਾਂ ਸੁਪਰੀਮ ਕੋਰਟ ਬਾਰੇ ਗੱਲ ਕਰੋ ਇੱਕ ਇਹਦੇ 'ਚ ਹੁੰਦਾ ਚੀਫ ਜਸਟਿਸ ਆਫ ਇੰਡੀਆ
ਤੇ ਉਸ ਤੋਂ ਇਲਾਵਾ 33 ਜੱਜ ਹੋਰ ਨੇ। ਹੁਣ 34 ਨੇ ਨਾ ਟੋਟਲ 34 ਨੇ, ਇੱਕ ਚੀਫ ਜਸਟਿਸ, ਬਾਕੀ 33 ਜੱਜ ਹੋਰ। ਹੁਣ ਦੇਖੋ, ਜੇ ਤਾਂ ਤੁਸੀਂ ਸੁਪਰੀਮ ਕੋਰਟ ਦਾ ਕੋਈ ਜੱਜ ਅਪਾਇੰਟ ਕਰਨਾ ਹੈ, ਕੋਈ ਵੀ ਇੱਕ ਜੱਜ ਮੰਨ ਲਓ ਇਹਨੂੰ ਆਪਾਂ ਅਪਾਇੰਟ ਕਰਨਾ, ਤਾਂ ਪਹਿਲਾਂ ਸਾਡੇ ਸੰਵਿਧਾਨ 'ਚ ਕੋਈ ਪ੍ਰੋਪਰਲੀ ਨਹੀਂ ਲਿਖਿਆ ਗਿਆ ਸੀ, ਸਿਰਫ ਇਹ ਲਿਖਿਆ ਗਿਆ ਸੀ ਵੀ ਰਾਸ਼ਟਰਪਤੀ ਅਪਾਇੰਟ ਕਰ ਸਕਦਾ, ਠੀਕ ਹੈ ਨਾ। ਪਹਿਲੀ ਗੱਲ ਤਾਂ ਕੁਆਲੀਫਿਕੇਸ਼ਨ ਪੂਰੀ ਕਰਦਾ ਹੋਵੇ, ਉਹਦੇ ਬਾਰੇ ਆਪਾਂ ਪੜ੍ਹਾਂਗੇ ਹੁਣ। ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ, ਤੁਹਾਨੂੰ ਪਤਾ ਹੀ ਹੋਣਾ ਕੁਆਲੀਫਿਕੇਸ਼ਨ ਕੀ ਹੁੰਦੀ ਹੈ ਸੁਪਰੀਮ ਕੋਰਟ 'ਚ ਜੱਜ ਬਣਨ ਵਾਸਤੇ, ਠੀਕ ਹੈ ਨਾ। ਚਲੋ ਆਪਾਂ ਪਹਿਲਾਂ ਉਹੀ ਪੜ੍ਹ ਲੈਂਦੇ ਹਾਂ, ਪਹਿਲਾਂ ਆਪਾਂ ਕੁਆਲੀਫਿਕੇਸ਼ਨ ਹੀ ਪੜ੍ਹ ਲੈਂਦੇ ਹਾਂ। ਜੇਕਰ ਕੋਈ ਚਾਹੁੰਦਾ ਵੀ ਸੁਪਰੀਮ ਕੋਰਟ 'ਚ ਜੱਜ ਬਣਨਾ ਚਾਹੁੰਦਾ ਤਾਂ ਉਹਦੀ ਕੁਆਲੀਫਿਕੇਸ਼ਨ ਕੀ ਹੈ? ਸਭ ਤੋਂ ਪਹਿਲਾਂ ਤਾਂ ਤੁਸੀਂ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਹੋ। ਦੂਸਰਾ, ਤੁਸੀਂ ਕਿਸੇ ਹਾਈ ਕੋਰਟ ਦੇ ਵਿੱਚ 5 ਸਾਲ ਤੋਂ ਜੱਜ ਹੋਵੋ, ਜਾਂ ਔਰ ਹੈ ਨਾ, ਜਾਂ ਤੁਸੀਂ ਕਿਸੇ ਹਾਈ ਕੋਰਟ ਦੇ ਵਿੱਚ ਪਿਛਲੇ 10 ਸਾਲ ਤੋਂ ਵਕੀਲ ਹੋਵੋ, ਐਜ਼ ਅ ਵਕੀਲ ਪ੍ਰੈਕਟਿਸ ਕਰ ਰਹੇ ਹੋਵੋ, ਜਾਂ ਰਾਸ਼ਟਰਪਤੀ ਦੀ ਨਿਗਾਹ ਦੇ ਵਿੱਚ ਤੁਸੀਂ ਇੱਕ ਬਹੁਤ ਮੰਨੇ ਹੋਏ ਨਿਆਂਵਾਦੀ ਹੋ, ਮਤਲਬ ਤੁਹਾਨੂੰ ਨਿਆਂ ਦੀ, ਲਾਅ ਦੀ ਬਹੁਤ ਨੌਲੇਜ ਹੈ, ਤਾਂ ਰਾਸ਼ਟਰਪਤੀ ਕੋਈ ਵੀ ਇੱਕ ਕੰਡੀਸ਼ਨ, ਉਹ ਤਾਂ ਹੈ ਹੀ ਹੈ ਦੇਖੋ ਉੱਪਰ ਵਾਲੀ, ਤਾਂ ਇਹਨਾਂ ਤਿੰਨਾਂ 'ਚੋਂ ਇੱਕ ਕੰਡੀਸ਼ਨ ਪੂਰੀ ਕਰ ਦਿਓ। ਪਰ ਇਹ ਨਹੀਂ ਹੈਗਾ ਵੀ ਸਿਰਫ ਤੁਸੀਂ ਇਹਨਾਂ 'ਚੋਂ ਇੱਕ ਕੰਡੀਸ਼ਨ ਪੂਰੀ ਕਰਤੀ, ਭਾਰਤ ਦੇ ਤੁਸੀਂ ਨਾਗਰਿਕ ਹੈਗੇ ਹੋ, ਤੁਹਾਨੂੰ ਰਾਸ਼ਟਰਪਤੀ ਜੱਜ ਬਣਾ ਦਊਗਾ, ਇੱਦਾਂ ਨਹੀਂ ਹੁੰਦਾ, ਇੰਨਾ ਸੌਖਾ ਨਹੀਂ ਹੈਗਾ, ਠੀਕ ਹੈ ਨਾ। ਹੁਣ ਆਪਾਂ ਫਿਰ ਚੱਲਦੇ ਹਾਂ। ਸਾਡੇ ਸੰਵਿਧਾਨ 'ਚ ਲਿਖਿਆ ਹੋਇਆ ਵੀ ਜਦੋਂ ਰਾਸ਼ਟਰਪਤੀ ਨੇ ਅਪਾਇੰਟਮੈਂਟ ਕਰਨੀ ਹੈ ਤਾਂ ਰਾਸ਼ਟਰਪਤੀ ਪਹਿਲਾਂ ਤਾਂ ਦੇਖੂਗਾ ਵੀ ਕੁਆਲੀਫਿਕੇਸ਼ਨ ਮੀਟ ਕਰ ਰਹੇ ਨੇ, ਉਹ ਤੋਂ ਬਾਅਦ ਫਿਰ ਉਹ ਸਲਾਹ ਲਊਗਾ ਬਾਕੀ ਚੀਜ਼ਾਂ ਦੀ। ਹੁਣ ਬਾਕੀ ਜੱਜ ਕੌਣ ਨੇ ਉਹ ਪਤਾ ਕੀ ਕਰਦਾ ਹੁੰਦਾ ਸੀ, ਦੇਖੋ ਜਨਰਲੀ ਕੀ ਹੁੰਦਾ ਸੀ, ਰਾਸ਼ਟਰਪਤੀ ਨੇ ਮੰਨ ਲਓ ਸੁਪਰੀਮ ਕੋਰਟ ਦੇ ਵਿੱਚ ਇੱਕ ਜੱਜ ਨੂੰ ਅਪਾਇੰਟ ਕਰਨਾ, ਵੈਕੈਂਸੀ ਹੈ ਮੰਨ ਲਓ, ਤਾਂ ਰਾਸ਼ਟਰਪਤੀ ਕੀ ਕਰੂਗਾ, ਸੁਪਰੀਮ ਕੋਰਟ ਦਾ ਜਿਹੜਾ ਸਭ ਤੋਂ ਵੱਡਾ ਜੱਜ ਚੀਫ ਜਸਟਿਸ, ਇੱਕ ਤਾਂ ਉਹਦੀ ਸਲਾਹ ਲੈ ਲੂਗਾ, ਪਲੱਸ ਹੋਰ ਇੱਕ ਦੋ ਜੱਜਾਂ ਦੀ ਜਿਹੜੇ ਸੀਨੀਅਰ ਮੋਸਟ ਹੋਣਗੇ ਉਹਨਾਂ ਦੀ ਸਲਾਹ ਲੈ ਲੂਗਾ। ਪਹਿਲਾਂ ਤਾਂ ਇੱਦਾਂ ਸੀ, ਕੋਈ ਫਿਕਸ ਰੂਲ ਨਹੀਂ ਸੀ ਪਹਿਲਾਂ, ਪਰ ਵੱਖਰੇ ਵੱਖਰੇ ਸਮੇਂ ਦੇ ਦੌਰਾਨ ਅਲੱਗ-ਅਲੱਗ ਕੇਸਿਸ ਹੋਏ। ਸਭ ਤੋਂ ਪਹਿਲਾਂ ਜੱਜਿਸ ਕੇਸ ਹੋਇਆ 1982 ਦਾ, ਸੁਪਰੀਮ ਕੋਰਟ 'ਚ ਇੱਕ ਕੇਸ ਹੋਇਆ, ਠੀਕ ਹੈ ਨਾ, ਕਿਸੇ ਨੇ ਰਿਟ ਪਾਤੀ, ਫਿਰ ਸੁਪਰੀਮ ਕੋਰਟ ਨੇ ਉਹਦੇ ਉੱਪਰ ਫੈਸਲਾ ਸੁਣਾਉਣਾ ਸ਼ੁਰੂ ਕੀਤਾ, ਉਹਨੂੰ ਜੱਜਿਸ ਕੇਸ ਦਾ ਨਾਮ ਦਿੱਤਾ। ਉਹ 'ਚ ਸੁਪਰੀਮ ਕੋਰਟ ਨੇ ਕਿਹਾ ਵੀ ਸੰਵਿਧਾਨ 'ਚ ਕੋਈ ਫਿਕਸ ਤਾਂ ਲਿਖਿਆ ਨਹੀਂ ਹੋਇਆ, ਜਦੋਂ ਰਾਸ਼ਟਰਪਤੀ ਨੇ ਕਿਸੇ ਬੰਦੇ ਨੂੰ ਵੀ ਜੱਜ ਅਪਾਇੰਟ ਕਰਨਾ ਹੈ ਤਾਂ ਉਹ ਦੇਖ ਲੈ ਵੀ ਕੁਆਲੀਫਿਕੇਸ਼ਨ ਪੂਰੀਆਂ ਹੋ ਰਹੀਆਂ ਨੇ, ਹਾਂਜੀ ਹੋ ਰਹੀਆਂ ਨੇ, ਉਹ ਤੋਂ ਬਾਅਦ ਫਿਰ ਉਹ ਚੀਫ ਜਸਟਿਸ ਦੀ ਜਾਂ ਹੋਰ ਜੱਜਾਂ ਦੀ ਸਲਾਹ ਲੈ ਸਕਦਾ, ਸਿਰਫ ਵਿਊਜ਼ ਲੈਣੇ ਨੇ, ਪਰ ਰਾਸ਼ਟਰਪਤੀ ਉਹਨਾਂ ਦੇ ਡਿਸੀਜ਼ਨ ਨਾਲ ਬੰਨਿਆ ਨਹੀਂ ਹੋਇਆ ਹੈਗਾ। ਵੀ ਜੇ ਚੀਫ ਜਸਟਿਸ ਨੇ ਮਨਾ ਕਰਤਾ ਤਾਂ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਲਾ ਸਕਦਾ ਕਿਸੇ ਨੂੰ, ਕੋਈ ਜ਼ਰੂਰ ਬਾਈਂਡਿੰਗ ਨਹੀਂ ਹੈਗਾ ਰਾਸ਼ਟਰਪਤੀ ਦੇ ਉੱਪਰ, ਠੀਕ ਹੈ ਨਾ। ਕੋਈ ਗੱਲ ਨਹੀਂ, ਥੋੜਾ ਸਮਾਂ ਹੋਰ ਗੁਜ਼ਰਿਆ, 1993 'ਚ ਇੱਕ ਹੋਰ ਜੱਜਿਸ ਕੇਸ ਹੋਇਆ। ਇਹ 'ਚ ਸੁਪਰੀਮ ਕੋਰਟ ਨੇ ਕਹਿਤਾ ਜੀ ਵੀ ਤੁਹਾਨੂੰ ਚੀਫ ਜਸਟਿਸ ਦੀ ਸਲਾਹ ਮੰਨਣੀ ਪਊਗੀ, ਤੁਹਾਨੂੰ ਜੇਕਰ ਰਾਸ਼ਟਰਪਤੀ ਨੇ ਜੱਜ ਨੂੰ ਅਪਾਇੰਟ ਕਰਨਾ ਹੈ ਤਾਂ ਰਾਸ਼ਟਰਪਤੀ ਨੂੰ ਜਿਹੜਾ ਚੀਫ ਜਸਟਿਸ ਆ ਉਹਦੀ ਸਲਾਹ ਮੰਨਣੀ ਪਊਗੀ। ਪਹਿਲਾਂ ਦੇਖੂਗਾ ਵੀ ਕੁਆਲੀਫਿਕੇਸ਼ਨ ਮੀਟ ਕਰ ਰਿਹਾ, ਫਿਰ ਉਹਦਾ ਨਾਮ ਲੈ ਕੇ ਚੀਫ ਜਸਟਿਸ ਕੋਲ ਜਾਊਗਾ, ਹਾਂਜੀ ਦੇਖੋ ਕਰ ਲਈ ਇਹਨੂੰ, ਹੁਣ ਚੀਫ ਜਸਟਿਸ ਦੇ ਹੱਥ 'ਚ ਹੈ, ਠੀਕ ਹੈ ਨਾ। ਇਹਨੂੰ ਹੋਰ ਥੋੜ੍ਹਾ ਜਿਹਾ ਕੰਪਰੀਹੈਂਸਿਵ ਬਣਾਤਾ। ਥਰਡ ਜੱਜਿਸ ਕੇਸ 1998 'ਚ ਹੋਇਆ, ਇਹ ਸੁਪਰੀਮ ਕੋਰਟ ਨੇ ਕਹਿਤਾ ਕਿ ਰਾਸ਼ਟਰਪਤੀ ਹੈ ਜਿਹੜਾ, ਉਹਨੂੰ ਕਿਹਦੀ ਸਲਾਹ ਮੰਨਣੀ ਪਊਗੀ, ਚੀਫ ਜਸਟਿਸ ਅਤੇ ਬਾਕੀ 4 ਸੁਪਰੀਮ ਕੋਰਟ ਦੇ ਜਿਹੜੇ ਸੀਨੀਅਰ ਮੋਸਟ ਜੱਜ ਹੋਣਗੇ, 1 2 3 4, ਇਹਨਾਂ ਸਾਰਿਆਂ ਦੀ ਸਲਾਹ ਲੈਣੀ ਪਊਗੀ ਬਿਠਾ ਕੇ ਇਕੱਠਾ ਇਹਨਾਂ ਨੂੰ, ਔਰ ਇਹਨੂੰ ਮਿਕਸ ਕਰਕੇ 5 ਜਣੇ ਹੋ ਗਏ ਨਾ ਕੁੱਲ, ਚੀਫ ਜਸਟਿਸ ਤੇ 4 ਸੀਨੀਅਰ ਮੋਸਟ ਜੱਜ, ਇਹਨੂੰ ਕੋਲੇਜੀਅਮ ਕਹਿੰਦੇ ਨੇ। ਕੋਲੇਜੀਅਮ ਦਾ ਮਤਲਬ ਕੁਝ ਨਹੀਂ ਹੁੰਦਾ, ਇਹਦਾ ਮਤਲਬ ਇੱਕ ਗਰੁੱਪ ਹੁੰਦਾ, ਠੀਕ ਹੈ ਨਾ, ਵੀ ਇੱਕ ਗਰੁੱਪ ਬਣਾ ਕੇ ਇਹਨਾਂ ਦੀ ਸਲਾਹ ਲੈਣੀ ਪਊਗੀ, ਔਰ ਉਹ ਸਲਾਹ ਜਿਹੀ ਜਿਹਨਾਂ ਨੇ ਦੇਤੀ ਹੋਈ ਮੰਨਣੀ ਵੀ ਪਊਗੀ। ਹੁਣ ਹੋ ਸਕਦਾ ਜੇ ਇਹਨਾਂ 'ਚੋਂ 2 ਜੱਜਿਸ ਨੇ ਉਸ ਬੰਦੇ ਦੇ ਨਾਮ ਨੂੰ ਮਨਾ ਕਰਤਾ, ਫਿਰ ਵੀ ਤੁਸੀਂ ਉਹਨੂੰ ਅਪਾਇੰਟ ਨਹੀਂ ਕਰ ਸਕਦੇ। ਗੱਲ ਸਮਝ ਆਈ? ਉਦੋਂ ਜੇ ਇੱਕ ਮਨਾ ਕਰ ਰਿਹਾ ਫਿਰ ਇਹਦੇ ਬਾਰੇ ਕੁਝ ਨਹੀਂ ਕਿਹਾ, ਫਿਰ ਤਾਂ ਕਰ ਹੀ ਸਕਦੇ ਆ। ਜੇ ਬਈ ਦੇਖੋ ਨਾ ਟੋਟਲ ਕਿੰਨੇ ਜਣੇ ਹੋ ਗਏ, 5 ਜਣੇ ਹੋ ਗਏ, 5 'ਚੋਂ ਇੱਕ ਨੇ ਕਹਿਤਾ ਨਹੀਂ ਜੀ ਕੋਈ ਫਰਕ ਨਹੀਂ ਪੈਂਦਾ, ਪਰ ਜੇ ਉਹਨਾਂ 'ਚੋਂ 4 'ਚੋਂ 2 ਜੱਜਿਸ ਨੇ ਕਹਿਤਾ ਕਿ ਨਹੀਂ ਜੀ, ਤਾਂ ਫਿਰ ਨਹੀਂ ਜੀ। ਹੁਣ ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਵੀ ਸੁਪਰੀਮ ਕੋਰਟ 'ਚ ਜੱਜ ਬਣਨ ਵਾਸਤੇ ਕੁਆਲੀਫਿਕੇਸ਼ਨਾਂ ਕੀ ਨੇ, ਪਹਿਲਾਂ ਤਾਂ ਦੱਸੋ। 4 ਕੁਆਲੀਫਿਕੇਸ਼ਨਾਂ ਦੱਸੀਆਂ ਮੈਂ ਤੁਹਾਨੂੰ। ਇੱਕ ਤਾਂ ਬੜੀ ਐਸੈਂਸ਼ੀਅਲ ਹੈ, ਬਈ ਤੁਹਾਨੂੰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ। ਦੂਸਰੀ ਗੱਲ ਹੈ ਜੀ, ਪਿਛਲੇ 5 ਸਾਲ ਤੋਂ ਹਾਈ ਕੋਰਟ ਦਾ ਜੱਜ ਹੋਣਾ ਚਾਹੀਦਾ, ਜਾਂ ਪਿਛਲੇ 10 ਸਾਲ ਤੋਂ ਹਾਈ ਕੋਰਟ ਦਾ ਵਕੀਲ ਹੋਣਾ ਚਾਹੀਦਾ, ਜਾਂ ਰਾਸ਼ਟਰਪਤੀ ਦੀ ਨਿਗਾਹ ਦੇ ਵਿੱਚ ਕੋਈ ਬਹੁਤ ਐਮੀਨੈਂਟ ਜੂਰਿਸਟ ਹੋਣਾ ਚਾਹੀਦਾ। ਜੇ ਉਹ ਕੰਡੀਸ਼ਨ ਪੂਰੀ ਕਰਦਾ ਬੰਦਾ, ਫਿਰ ਉਹ ਤੋਂ ਬਾਅਦ ਰਾਸ਼ਟਰਪਤੀ ਜਿਹੜਾ ਹੈਗਾ
तीसरे जज केस के अकॉर्डिंगली चीफ जस्टिस और 4 सीनियर मोस्ट जजिस को पुछूगा और फिर वो उस हिसाब नाल करूगा। ठीक है जी। हुण ये थर्ड नूं फॉलो होंदा। ठीक है जी। सन 2015 ਦੇ ਵਿੱਚ एक फोर्थ जजिस केस भी आया, ਉਹਦੇ ਬਾਰੇ ਅੱਗੇ ਚੱਲ ਕੇ ਦੱਸਦਾ। ठीक है जी। कोई भी एक एनी वन ਜਾਂ ठीक है ना। मैं ਤੁਹਾਨੂੰ ਦੱਸ ਰਿਹਾ ਵੀ ਚੌਥਾ ਕੇਸ ਵੀ ਹੋਇਆ ਇੱਕ 2015 ਚ। 3 ਜੱਜਿਸ ਕੇਸ ਤਾਂ ਮੈਂ ਪੜ੍ਹਾਤੇ। 2014 ਦੇ ਵਿੱਚ ਸਾਡੀ ਸੰਸਦ ਨੇ ਜਦੋਂ ਮੋਦੀ ਸਰਕਾਰ ਨਵੀਂ ਬਣੀ ਸੀ ਉਹਨਾਂ ਨੇ 99ਵਾਂ ਸੰਸ਼ੋਧਨ ਪਾਸ ਕੀਤਾ। ਇਸ ਸੰਸ਼ੋਧਨ ਦੇ ਤਹਿਤ ਉਹ ਕਹਿੰਦੇ ਵੀ ਜਿਹੜਾ ਆਹ ਤੁਹਾਡਾ ਪਹਿਲਾਂ ਵਾਲਾ ਸਿਸਟਮ ਹੈ ਨਾ, ਆ ਜਿਹੜਾ ਕੋਲੇਜੀਅਮ ਸਿਸਟਮ ਹੈ, ਕਹਿੰਦੇ ਵੀ ਜੀ ਗੜਬੜੀਆਂ ਨੇ, ਕਹਿੰਦੇ ਵੀ ਸਾਨੂੰ ਪਸੰਦ ਨਹੀਂ ਹੈਗਾ। ਵੀ ਡੋਂਟ ਲਾਈਕ ਕੋਲੇਜੀਅਮ ਸਿਸਟਮ। ਉਹ ਕਹਿੰਦੇ ਕਿਉਂ ਜੀ? ਕਹਿੰਦੇ ਵੀ ਸਾਨੂੰ ਐ ਲੱਗਦਾ ਇਹਦੇ 'ਚ ਨਾ ਵੀ ਜਿਹੜੇ ਜੱਜ ਨੇ ਇਹ ਫੇਵਰਿਜ਼ਮ ਕਰ ਸਕਦੇ ਨੇ, ਹੈ ਨਾ, ਹੋ ਸਕਦਾ ਫੇਵਰਿਜ਼ਮ। ਕਹਿੰਦੇ ਆਪਾਂ ਐਂ ਕਰਦੇ ਹਾਂ, ਇੱਕ ਸੰਸਥਾ ਬਣਾਉਂਦੇ ਹਾਂ, ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟ ਕਮਿਸ਼ਨ NJAC 99 ਸੰਸ਼ੋਧਨ ਨਾਲ। ਇਹ ਜਿਹੜੀ ਸੰਸਥਾ ਹੈ ਇਹ ਕੋਲੇਜੀਅਮ ਸਿਸਟਮ ਨੂੰ ਖਤਮ ਕਰ ਦੂਗੀ, ਰਿਪਲੇਸ ਕਰ ਦੂਗੀ, ਉਹਦੀ ਥਾਂ 'ਤੇ ਆ ਜਾਊਗੀ। ਇਹ 'ਚ ਕੀ ਹੋਊਗਾ, ਆਹ ਲੋਕ ਹੋਣਗੇ 6 ਲੋਕ ਹੋਣਗੇ, ਇਹਨਾਂ ਤੋਂ ਪੁੱਛ ਕੇ ਹੀ ਰਾਸ਼ਟਰਪਤੀ ਕਿਸੇ ਨੂੰ ਜੱਜ ਬਣਾ ਸਕਦਾ, ਸੁਪਰੀਮ ਕੋਰਟ 'ਚ ਨਿਯੁਕਤ ਕਰ ਸਕਦਾ। ਕੌਣ ਹੋਣਗੇ? ਪਹਿਲਾਂ ਤਾਂ ਚੀਫ ਜਸਟਿਸ ਆਫ ਇੰਡੀਆ, ਇਹ ਤਾਂ ਹੈਗੇ ਹੀ ਸੀ ਪਹਿਲਾਂ ਵੀ। 2 ਸੀਨੀਅਰ ਮੋਸਟ ਜੱਜ ਹੋਣਗੇ ਸੁਪਰੀਮ ਕੋਰਟ ਦੇ, ਪਹਿਲਾਂ 4 ਹੁੰਦੇ ਸੀ। ਇੱਕ ਲਾ ਮੰਤਰੀ, ਕਾਨੂੰਨ ਮੰਤਰੀ ਹੋਊਗਾ ਭਾਰਤ ਦਾ, ਅਤੇ 2 ਬੰਦੇ ਹੋਰ ਹੋਣਗੇ ਜਿਹੜੇ ਐਕਸਪਰਟ ਹੋਣਗੇ, ਅਤੇ ਇਹਨਾਂ ਨੂੰ ਚੁਣਿਆ ਜਾਊਗਾ ਇੱਕ ਸਿਲੈਕਸ਼ਨ ਕਮੇਟੀ ਦੁਆਰਾ। ਉਹ 'ਚ ਪ੍ਰਧਾਨ ਮੰਤਰੀ, ਓਪੋਜੀਸ਼ਨ ਦੇ ਲੀਡਰ, ਇਹੋ ਜਿਹੇ ਲੋਕ ਹੋਣਗੇ ਉਹ 'ਚ। ਠੀਕ ਹੈ ਨਾ। ਤਾਂ ਹੁਣ ਆਹ 6 ਲੋਕ ਹੋ ਗਏ, ਦੇਖੋ 2 ਤੇ 2 4, 5 ਤੇ 1 6। ਆਹ 6 ਲੋਕ ਜਿਹਦਾ ਨਾਮ ਉਹ ਰੱਖ ਦੇਣਗੇ ਉਹਦੇ ਅੱਗੇ, ਰਾਸ਼ਟਰਪਤੀ ਉਹਨੂੰ ਸੁਪਰੀਮ ਕੋਰਟ ਦਾ ਜੱਜ ਬਣਾ ਦਊਗਾ। ਠੀਕ ਹੈ ਜੀ। ਦੇਖੋ ਜੇ ਨਹੀਂ ਹੁੰਦਾ ਤਾਂ ਉਹ ਤਾਂ ਫਿਰ ਉਹਦੀ ਜਗ੍ਹਾ ਤੇ ਕੋਈ ਨਾ ਫਿਰ ਡਿਸਾਈਡ ਕੀਤਾ ਗਿਆ ਹੁੰਦਾ ਪਹਿਲਾਂ ਤੋਂ ਹੀ ਵੀ ਜੇ ਮੰਨ ਲਓ, ਦੇਖੋ ਇੱਦਾਂ ਤਾਂ ਹੋ ਨਹੀਂ ਸਕਦਾ ਵੀ ਸਾਡੇ ਦੇਸ਼ ਦਾ ਕਾਨੂੰਨ ਮੰਤਰੀ ਨਾ ਹੋਵੇ ਜਾਂ ਚੀਫ ਜਸਟਿਸ ਨਾ ਹੋਵੇ। ਸਪੋਜ਼ ਕਰੋ 1 ਮਿੰਟ ਦੀ ਜੇ ਕੋਈ ਚੀਫ ਜਸਟਿਸ ਮੰਨ ਲਓ ਇਮੀਡੀਏਟਲੀ ਡੈਥ ਹੋ ਗਈ ਕਿਸੇ ਚੀਫ ਜਸਟਿਸ ਦੀ, ਤਾਂ ਉਹਦਾ ਜਿਹੜਾ ਸੀਨੀਅਰ ਮੋਸਟ ਜੱਜ ਹੋਊਗਾ ਫਿਰ ਉਹ ਥਾਂ ਲੈ ਲੂਗਾ ਨਾ। ਰਾਸ਼ਟਰਪਤੀ ਫਿਰ ਜੇ ਚਾਹੇ ਤਾਂ ਕਿਸੇ ਨੂੰ ਐਕਟਿੰਗ ਚੀਫ ਜਸਟਿਸ ਬਣਾ ਸਕਦਾ। ਠੀਕ ਹੈ ਨਾ। ਮਨਾ ਕਰ ਦੇਵੇ, ਹਾਂ, ਉਹਦੇ ਉੱਪਰ ਹਜੇ ਚਰਚਾ ਹੋਣੀ ਬਾਕੀ ਸੀ। ਠੀਕ ਹੈ ਨਾ, ਕਿਉਂਕਿ ਹਜੇ ਇਹ ਲਾਅ ਪੂਰੀ ਤਰ੍ਹਾਂ ਇੰਪਲੀਮੈਂਟ ਹੋਇਆ ਨਹੀਂ ਸੀ। ਇਹ ਤਾਂ ਸਿਰਫ ਪ੍ਰਪੋਜ਼ਲ ਸੀ, ਉਹਨੇ ਪਾਸ ਕਰਤਾ, ਹਜੇ ਉਹਨੂੰ ਕਰਿਆ ਜਾਣਾ ਸੀ। ਠੀਕ ਹੈ ਨਾ। ਲਾਜ਼ਮੀ ਹੋਏਗੀ ਪ੍ਰੋਵੀਜ਼ਨ ਇੱਦਾਂ ਦੀ ਵੀ ਜੇਕਰ ਮੰਨ ਲਓ 2 ਬੰਦੇ ਮਨਾ ਕਰ ਦੇਣ। ਠੀਕ ਨਹੀਂ, ਪਰ ਕਿਉਂਕਿ ਹੁਣ ਇਹ ਖਤਮ ਹੀ ਹੋ ਚੁੱਕਿਆ ਹੈ, ਇਸ ਕਰਕੇ ਬਹੁਤਾ ਜ਼ਿਆਦਾ ਡਿਟੇਲ 'ਚ ਜਾਣ ਦੀ ਲੋੜ ਨਹੀਂ। ਵੈਸੇ ਤਾਂ ਮੈਂਬਰ ਵੀ ਯਾਦ ਕਰਨ ਦੀ ਕੋਈ ਲੋੜ ਨਹੀਂ, ਤੁਹਾਨੂੰ ਨਹੀਂ ਪੁੱਛਿਆ ਜਾਏਗਾ। ਅਸੂਲ ਮੁਤਾਬਕ ਤਾਂ ਨਹੀਂ ਪੁੱਛਿਆ ਜਾਣਾ ਚਾਹੀਦਾ, ਕਿਉਂਕਿ ਜਿਹੜੀ ਸੰਸਥਾ ਖਤਮ ਹੀ ਹੋ ਚੁੱਕੀ ਹੈ, ਫਿਰ ਉਹਦੇ ਬਾਰੇ ਕਾਹਦੇ ਵਾਸਤੇ ਗੱਲ ਕਰਨੀ। ਠੀਕ ਹੈ ਨਾ। ਪਰ ਫਿਰ ਵੀ ਸਾਡਾ ਫਰਜ਼ ਬਣਦਾ ਸੀ ਮੈਂਬਰਸ ਬਾਰੇ ਤਾਂ ਘੱਟੋ ਘੱਟ ਜਾਣੀਏ। ਸੋ ਕਹਿਣ ਦਾ ਭਾਵ, ਇਹਨਾਂ ਨੇ ਕਿਹਾ ਕੋਲੇਜੀਅਮ ਸਿਸਟਮ ਖਤਮ ਹੋ ਜਾਊਗਾ। ਹੁਣ ਦੇਖੋ ਇਹ 'ਚ ਇੱਕ ਤਾਂ ਲਾ ਮੰਤਰੀ, ਕਾਨੂੰਨ ਮੰਤਰੀ ਹੈ ਜਿਹੜਾ, ਇੱਕ ਤਾਂ ਪੋਲੀਟੀਸ਼ੀਅਨ ਹੈ, ਇੱਕ ਜਿਹੜੇ 2 ਬੰਦੇ ਸੀਗੇ ਇਹ ਵੀ ਪੋਲੀਟੀਸ਼ੀਅਨਸ ਦੇ ਕਹਿਣ 'ਤੇ ਹੀ ਆਏ। ਤਾਂ ਹੋ ਕੀ ਗਿਆ, ਇੱਥੇ 3 ਤਾਂ ਸੁਪਰੀਮ ਕੋਰਟ ਦੇ ਹੋ ਗਏ ਬੰਦੇ, ਅਤੇ 3 ਬੰਦੇ ਪੋਲੀਟੀਕਲ ਨੇਚਰ ਦੇ ਹੋ ਗਏ। ਤਾਂ ਫਿਰ ਉਹ ਟਾਕਰਾ ਹੋਇਆ ਕਰਨਾ ਸੀ। ਇਹਨਾਂ ਨੇ ਕੋਸ਼ਿਸ਼ ਕਰਿਆ ਕਰਨੀ ਸੀ ਵੀ ਸਾਡੇ ਬੰਦੇ ਰੱਖੋ। ਫੇਵਰਿਜ਼ਮ ਤਾਂ ਇੱਥੇ ਇਹਨਾਂ ਦਾ ਚੱਲਣਾ ਸੀ। ਫਿਰ ਪਹਿਲਾਂ ਗੱਲਾਂ ਉਹਨਾਂ ਦਾ ਚੱਲਦਾ, ਫਿਰ ਹੁਣ ਇਹਨਾਂ ਦਾ ਚੱਲਦਾ। ਹੁਣ ਸਾਨੂੰ ਨਹੀਂ ਨਾ ਪਤਾ ਵੀ ਚੱਲਦਾ ਕਿ ਨਹੀਂ ਚੱਲਦਾ। ਪਤਾ ਵੈਸੇ ਜਿਸ ਤਰਕ ਦੇ ਆਧਾਰ 'ਤੇ ਉਹਨਾਂ ਨੇ ਇਹ ਕਾਨੂੰਨ ਬਣਾਇਆ, ਉਸ ਤਰਕ ਦੇ ਆਧਾਰ 'ਤੇ ਮੈਂ ਤੁਹਾਨੂੰ ਦੱਸ ਰਿਹਾ। ਮੈਂ ਵੀ ਕਿੱਦਾਂ ਕਹਿ ਸਕਦਾ ਵੀ ਉੱਥੇ ਫੇਵਰਿਜ਼ਮ ਚੱਲਦਾ? ਆਈ ਕੈਨ ਨਾਟ ਸੇ ਐਨੀਥਿੰਗ। ਉਹ ਮੈਨੂੰ ਚੱਕ ਕੇ ਜੇਲ੍ਹ 'ਚ ਪਾ ਦੇਣਗੇ, ਕਹਿਣਗੇ ਤੂੰ ਲਾਈਵ ਵੀਡੀਓ ਬਣਾ ਕੇ ਸਾਰੇ ਪੰਜਾਬ 'ਚ ਬਰੋਡਕਾਸਟ ਕਰ ਰਿਹਾ। ਤੈਨੂੰ ਕੀ, ਤੂੰ ਦੱਸ, ਤੇਰੇ ਕੋਲ ਕੀ ਸਬੂਤ ਆ ਵੀ ਸਾਡੇ 'ਤੇ ਫੇਵਰਿਜ਼ਮ ਚੱਲਦਾ? ਇਹ ਸ਼ਬਦਾਂ ਦਾ ਜਾਲ ਹੈ। ਠੀਕ ਹੈ ਕਿ ਨਹੀਂ। ਚਲੋ सन 2015 'ਚ ਚੌਥਾ ਜੱਜਿਸ ਕੇਸ ਹੋਇਆ, ਜਿਸ 'ਚ ਸੁਪਰੀਮ ਕੋਰਟ ਨੇ ਕਹਿਤਾ ਜੀ ਵੀ ਅਸੀਂ ਤਾਂ ਜੀ ਉਵੇਂ ਹੀ ਜੱਜ ਭਰਤੀ ਕਰਾਂਗੇ ਜਿਵੇਂ ਅਸੀਂ ਇਹ 'ਚ ਫਾਈਨਲ ਕੀਤਾ ਸੀ। ਬਸ ਹੁਣ ਨਾ ਬੋਲਿਓ, ਕਹਿੰਦੇ ਅਸੀਂ 99ਵੇਂ ਸੰਸ਼ੋਧਨ ਨੂੰ ਕੈਂਸਲ ਕਰ ਰਹੇ ਹਾਂ, ਸਟ੍ਰਾਈਕ ਡਾਊਨ ਕਰ ਰਹੇ ਹਾਂ ਜੀ, ਕਰ ਲਓ ਜੋ ਕਰਿਆ ਜਾਂਦਾ। ਠੀਕ ਹੈ ਜੀ। ਦੇਖੋ ਕਿੰਨੀ ਟੈਨਸ਼ਨ ਕ੍ਰੀਏਟ ਕਰਤੀ ਨਾ ਜੱਜਿਸ ਦੀ ਭਰਤੀ ਨੇ। ਫਿਰ ਛੋਟੀ ਮੋਟੀ ਪੋਸਟ ਥੋੜੀ ਆ।
उस लॉ ਨੂੰ ਹੀ अनकॉन्स्टिट्यूशनल डिक्लेयर करता, नैशनल जुडिशियल अपॉइंटमेंट कमीशन ਨੂੰ ही खत्म करता। ठीक है, चलो हम अगे चलते हैं। एक गल समझो, चीफ जस्टिस बारे आप थोड़ा जिहा पढ़ीए। देखो चीफ जस्टिस कौन होंदा? सीनियर मोस्ट जज जिहड़ा होंदा सुप्रीम कोर्ट का, क्योंकि हुण 34 जज ने टोटल, उन्हां च कोई ना कोई तो सीनियर होगा ही। वो एज के हिसाब नाल नहीं देखा जाता, वो सर्विस के हिसाब नाल देखा जाता। गल समझ आई? कितें सोचते हो भी जो सब तो बजुर्ग होगा, इदा नहीं, नहीं नहीं नहीं, जेडे बंदे को सब तो ज़्यादा एक्सपीरियंस है, ठीक है ना। अच्छा दूजी गल, ਤੁਹਾਨੂੰ पता है पहला जनरली की ਹੁੰਦਾ ਸੀ 1973 ਤੋਂ ਪਹਿਲਾਂ ਰਾਸ਼ਟਰਪਤੀ ਉਸੇ ਨੂੰ ਹੀ ਚੀਫ ਜਸਟਿਸ ਨਿਯੁਕਤ ਕਰ ਦਿੰਦੇ ਸੀ ਜਿਹੜਾ ਸੀਨੀਅਰ ਮੋਸਟ ਹੁੰਦਾ ਸੀ। ਪਰ 1973 ਚ ਕੀ ਹੋਇਆ, ਇੱਕ ਜੱਜ ਹੈਗੇ ਸੀ A.N. ਰੇ, ਇਹਨਾਂ ਤੋਂ ਅੱਗੇ 3 ਹੋਰ ਸੀਨੀਅਰ ਜੱਜ ਹੈਗੇ ਸੀ, ਪਰ ਉਹਨਾਂ ਸਾਰਿਆਂ ਨੂੰ ਕੱਟ ਕੇ ਇਹਨੂੰ ਚੀਫ ਜਸਟਿਸ ਬਣਾਤਾ। ਉਸੇ ਤਰ੍ਹਾਂ 1977 ਚ M.U. ਬੇਗ, ਇਹਨਾਂ ਦੇ ਵੀ ਉੱਪਰ ਇੱਕ ਸੀਨੀਅਰ ਹੈਗਾ ਸੀ ਜੱਜ, ਅਸੂਲ ਮੁਤਾਬਕ ਤਾਂ ਉਹ ਬਣਨਾ ਚਾਹੀਦਾ ਸੀ, पर इनू बनाता। फिर सैकेंड जज केस नहीं होया जोड़ा जिस सुप्रीम कोर्ट ने कहता सी भी राष्ट्रपति ने सलाह मननी पऊगी, और सुप्रीम कोर्ट ने एक गल होर भी कही सी कि जदों चीफ जस्टिस बनाना है तो हमेशा सीनियर मोस्ट ही बनाना है। इसका मतलब जो जजेस केस मैं थोड़ा कराए ये इन्हें एक गल होर कहती सी भी सीनियर मोस्ट बंदा ही चीफ जस्टिस बनूगा। देखो पहला वाला चीफ जस्टिस तो कदे मर्जी जा सकता है, रब ना करे मान लो डेथ हो गई या फिर वो रिटायर हो गया, क्योंकि सुप्रीम कोर्ट के जजेस की रिटायरमेंट एज कितनी है जी तुसीं दसो? 65 साल, 65 साल का हो गया। तो फिर ये क्वेश्चन तो बार बार आऊगा ना भी हुण किहनूं बनाइए चीफ जस्टिस। सैकेंड जजेस केस ने कहता सी भी हमेशा सीनियर मोस्ट ही बनूंगा हुण चीफ जस्टिस। पहला जिहड़ा तुसीं 2 बंदे कर ले भर्ती अपनी मर्जी नाल, A.N. रे ते M.U. बेग, हुण नहीं, ऐसा नहीं चलेगा, नहीं चलेगा, नहीं चलेगा। ठीक है जी, ਇਹਦਾ मतलब ਹੁਣ ਜਿਹੜੇ चीफ जस्टिस ने ਉਹ कौन ਬਣਦੇ ਨੇ? हमेशा सीनियर मोस्ट जज ही सुप्रीम कोर्ट का चीफ जस्टिस ਬਣਦਾ। A.N. ਰੇ ਇਹਨਾਂ ਦਾ ਨਾਮ ਹੈ ਜੀ, सुप्रीम कोर्ट ਦੇ जज ਹੁੰਦੇ ਸੀ ਇਹ, ਪਰ ਇਹਨਾਂ ਤੋਂ ਅੱਗੇ 3 ਜੱਜ ਹੋਰ ਸੀ ਸੀਨੀਅਰ ਇਹਨਾਂ ਨਾਲੋਂ, ਪਰ ਉਦੋਂ ਦੇ ਰਾਸ਼ਟਰਪਤੀ ਨੇ ਇਹਨਾਂ ਨੂੰ ਚੀਫ ਜਸਟਿਸ ਬਣਾਤਾ ਸੀ ਇੰਡੀਆ ਦਾ। ਅਸਲ ਮੁਤਾਬਕ ਤਾਂ 3 ਜਣੇ ਹੋਰ ਹੈਗੇ ਸੀ, ਉਹਨਾਂ ਦਾ ਨਾਮ ਆਉਂਦਾ, ਪਰ ਕਿਉਂਕਿ ਸੰਵਿਧਾਨ 'ਚ ਲਿਖਿਆ ਨਹੀਂ ਹੋਇਆ ਸੀ, ਉਹ ਨਾ ਲਿਖੇ ਹੋਏ ਤਾਂ ਫਾਇਦਾ ਠਾ ਲਿਆ ਹੁੰਦਾ ਸੀ, ਉਦੋਂ ਠਾ ਲਿਆ ਜਾਂਦਾ ਸੀ ਵੀ ਉੱਥੇ ਕਿਹੜਾ ਲਿਖਿਆ ਜਿਹਨੂੰ ਅੱਜ ਪਾ। ਸੈਕਿੰਡ ਜਸਟਿਸ ਕੇਸ ਸੁਪਰੀਮ ਕੋਰਟ ਨੇ ਆਪ ਕਹਿਤਾ ਸੀਨੀਅਰ ਮੋਸਟ ਨੂੰ ਹੀ ਬਣਾਓਗੇ। ਠੀਕ ਹੈ ਜੀ, ਕੁਆਲੀਫਿਕੇਸ਼ਨ ਪੜ੍ਹ ਲਈ ਆਪਾਂ ਵੀ ਸੁਪਰੀਮ ਕੋਰਟ ਦਾ ਜੱਜ ਬਣਨ ਦੇ ਲਈ ਕੀ ਕੁਆਲੀਫਿਕੇਸ਼ਨ ਚਾਹੀਦੀਆਂ ਨੇ। ਬਈ ਆਹ 3 ਚੋਂ ਕੋਈ ਮਰਜ਼ੀ ਇੱਕ ਕੁਆਲੀਫਿਕੇਸ਼ਨ ਪੂਰੀ ਕਰ ਦਿਓ, ਤੁਹਾਨੂੰ ਸੁਪਰੀਮ ਕੋਰਟ ਦਾ ਜੱਜ ਬਣਾ ਦਿੱਤਾ ਜਾਊਗਾ। बस ਐਂ ਵੀ बाकी तो भी तो फॉलो करनगे ना राष्ट्रपति, बाकी गल्लां भी तो तुम्हें दस दिता भी की गल्लां बाकी। अच्छा सुप्रीम कोर्ट के जज बनने वास्ते मिनीमम एज कोई नहीं हैगी, पर रिटायरमेंट की एज कितनी है? मतलब रिटायरमेंट एज है, इन्हू मैक्सिमम एज नहीं, इन्हू असीं रिटायरमेंट एज कहने, एज ऑफ रिटायरमेंट। मतलब जिमें जिमें तुसीं अपने वालों क्यों क्रिएट कर रहे हो नवीं चीज़? लोक सभा का मैंबर बनने वास्ते, लोक सभा का मैंबर बनने वास्ते घट्टो घट्ट उम्र कितनी होनी चाहिए? राज सभा का मैंबर बनने वास्ते 30 साल, राष्ट्रपति बनने वास्ते, उप राष्ट्रपति बनने वास्ते, गवर्नर बनने वास्ते 35। इतने मिनीमम एज कोई नहीं। तुसीं कॉमन सेंस लाओ, जेडे बंदा पिछले 5 साल तो किसी हाई कोर्ट जज है, हाई कोर्ट भी जज कोई जामता तो लग नहीं गया होना, हाई कोर्ट जज बनने वास्ते किन्ने पापड़ बेलने पैणगे, उत्थे तक पहुँचा होना। या फिर कोई बंदा हाई कोर्ट पिछले 10 साल तो वकालत कर रहा, हुण वकालत करता बंदा इदां तो लग नहीं आता नाल दी नाल ही भी +2 की तो वकालत करन लग गए, लॉ किया होगा, ग्रैजुएशन की होगी। या फिर राष्ट्रपति की निगाह तुसीं एमिनेंट जूरिस्ट है, एमिनेंट जूरिस्ट भी कोई इदां कॉलेज का मुंडा या कुड़ी तो होगी नहीं। ठीक है ना, सो ये लोड़ ही नहीं कहते कहने दी। फिलहाल कोई मिनीमम एज नहीं है कि गल का ध्यान रखियो। रिटायरमेंट एज कितनी है सुप्रीम कोर्ट के जजिस की? 65 साल। शपथ, सौ, कसम, आज ये टॉपिक सारा इंग्लिश च ही लिखा मैं। उसका रीज़न पता की है? क्योंकि सुप्रीम कोर्ट की लैंग्वेज भी इंग्लिश ही है। मैं कहना इंग्लिश ही पढ़ाना टॉपिक, मैं बोलता पंजाबी च रहा, उन्हें की फर्क पैंदा। ठीक है, देखो क्योंकि राष्ट्रपति नियुक्त करता सुप्रीम कोर्ट के जजां नूं तो सौं भी उही चुकाऊगा। ठीक है जी, कादी सौं खांदे आ? पहला भी असीं ये सौं डिस्कस कर चुके हैं। ट्रू फेथ एंड एलिजियंस, अपहोल्ड द सोवरेनिटी इंटीग्रिटी, यानी प्रभु सत्ता, अखंडता, एकता,
ਬਿਨਾਂ ਕਿਸੇ ਫੇਵਰ ਦੇ, ਕਿਸੇ ਪਾਰਸ਼ੈਲਿਟੀ ਤੋਂ ਬਿਨਾਂ ਤੁਸੀਂ ਜਜਮੈਂਟ ਦੇਣੀ ਹੈ ਅਤੇ ਸੰਵਿਧਾਨ ਨੂੰ ਹਮੇਸ਼ਾ ਕਾਇਮ ਰੱਖਣਾ ਅਤੇ ਸੰਵਿਧਾਨ ਦੇ ਬਣਾਏ ਹੋਏ ਅਲੱਗ-ਅਲੱਗ ਕਾਨੂੰਨਾਂ ਨੂੰ ਮੰਨ ਕੇ। ਠੀਕ ਹੈ ਜੀ। ਯੈਸ। ਤਾਂ ਰਿਟਾਇਰਮੈਂਟ ਏਜ 65 ਸਾਲ ਹੈ ਜੀ ਜੱਜ ਦੀ, ਸੁਪਰੀਮ ਕੋਰਟ ਦੇ ਜੱਜ ਦੀ। ਅੱਛਾ, ਹੁਣ ਜੇ ਇਹ ਆਹ ਵਾਲੀ ਏਜ ਵਧਾਣੀ ਜਾਂ ਘਟਾਣੀ ਹੈ ਤਾਂ ਕੌਣ ਡਿਸਾਈਡ ਕਰੂਗਾ? ਪਾਰਲੀਮੈਂਟ। ਸੈਲਰੀ ਵਧਾਣੀ ਹੈ ਘਟਾਣੀ ਕੌਣ ਡਿਸਾਈਡ ਕਰੂਗਾ? ਪਾਰਲੀਮੈਂਟ। ਠੀਕ ਹੈ, ਪਾਰਲੀਮੈਂਟ ਨੇ ਹੁਣ ਸੈਲਰੀ ਵਧਾਈ ਸੀ ਨਾ ਪਿੱਛੇ ਜੇ। ਪਹਿਲਾਂ ਸੁਪਰੀਮ ਕੋਰਟ ਦੇ ਜੱਜ ਦੀ ਸੈਲਰੀ ਕਿੰਨੀ ਹੁੰਦੀ ਸੀ? ਪਹਿਲਾਂ ਕਿੰਨੀ ਹੁੰਦੀ ਸੀ? ਸੁਪਰੀਮ ਕੋਰਟ ਦੇ 1 ਲੱਖ ਅਤੇ 25,000 ਤੇ ਬਾਕੀ ਜੱਜਿਸ ਦੀ ਸੈਲਰੀ ਕਿੰਨੀ ਹੁੰਦੀ ਸੀ? 1 ਲੱਖ ਸਮਥਿੰਗ। ਮਤਲਬ ਕੁੱਲ ਮਿਲਾ ਕੇ ਹੁਣ ਸੈਲਰੀ ਵੱਧ ਚੁੱਕੀ ਹੈ। ਹੁਣ ਸੈਲਰੀ ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਹੈ ਉਹਦੀ ਸੈਲਰੀ 2,80,000 ਹੋ ਚੁੱਕੀ ਹੈ ਅਤੇ ਸੁਪਰੀਮ ਕੋਰਟ ਦੇ ਜਿਹੜੇ ਬਾਕੀ ਜੱਜ ਨੇ ਉਹਨਾਂ ਦੀ ਸੈਲਰੀ 2,50,000 ਹੋ ਚੁੱਕੀ ਹੈ। ਠੀਕ ਹੈ ਜੀ। ਤੇ ਅੱਛਾ, ਜਦੋਂ ਰਿਜ਼ਾਈਨ ਕਰਨਾ ਹੈ ਸੁਪਰੀਮ ਕੋਰਟ ਦੇ ਜੱਜ ਨੇ ਤਾਂ ਆਪਣਾ ਰੈਜ਼ੀਗਨੇਸ਼ਨ ਪ੍ਰੈਜ਼ੀਡੈਂਟ ਨੂੰ ਦਊਗਾ, ਕਿਉਂਕਿ ਪ੍ਰੈਜ਼ੀਡੈਂਟ ਨੇ ਹੀ ਉਹਨੂੰ ਅਪੋਇੰਟ ਕੀਤਾ, ਪ੍ਰੈਜ਼ੀਡੈਂਟ ਨੂੰ ਹੀ ਉਹਨੂੰ ਰੈਜ਼ੀਗਨੇਸ਼ਨ ਦੇਣਾ। ਰਾਸ਼ਟਰਪਤੀ ਇਹਨੂੰ ਹਟਾ ਸਕਦਾ ਹੈ ਸੁਪਰੀਮ ਕੋਰਟ ਦੇ ਜੱਜ ਨੂੰ, ਪਰ ਜੇਕਰ ਪਾਰਲੀਮੈਂਟ ਦੇ ਵਿੱਚ ਉਹਦੇ ਖਿਲਾਫ ਇੱਕ ਰੈਜ਼ੋਲੂਸ਼ਨ ਪਾਸ ਹੋ ਜਾਏ ਤਾਂ। ਠੀਕ ਹੈ ਨਾ ਜੀ। ਹੁਣ ਇਹਦੇ ਬਾਰੇ ਆਪਾਂ ਡਿਟੇਲ 'ਚ ਪੜ੍ਹਦੇ ਹਾਂ ਵੀ ਕਦੋਂ ਹਟਾਇਆ ਜਾਂਦਾ ਕਿਸੇ ਜੱਜ ਨੂੰ। ਠੀਕ ਹੈ ਜੀ। ਜਿਵੇਂ ਆਪਾਂ ਪ੍ਰੈਜ਼ੀਡੈਂਟ ਦੀ impeachment ਪੜ੍ਹੀ ਸੀ। ਹਾਂਜੀ, ਦੇਖੋ ਜੱਜ ਨੂੰ ਹਟਾਉਣ ਦਾ ਕੰਮ ਕਿਹਦਾ? ਪਾਰਲੀਮੈਂਟ ਦਾ। ਮਤਲਬ ਹਟਾਊਗਾ ਤਾਂ ਰਾਸ਼ਟਰਪਤੀ, ਲੇਕਿਨ ਪਾਰਲੀਮੈਂਟ ਡਿਸਾਈਡ ਕਰੂਗਾ ਵੀ ਇਹਨੂੰ ਹਟਾਉਣਾ ਕਿ ਨਹੀਂ ਹਟਾਉਣਾ। ਦੇਖੋ ਆਹ ਦੋ ਗੱਲਾਂ ਨੇ, ਮਿਸਬਿਹੇਵੀਅਰ ਜਾਂ ਇਨਕੈਪੈਸਿਟੀ। ਮਿਸਬਿਹੇਵੀਅਰ ਦਾ ਮਤਲਬ ਹੁੰਦਾ ਵੀ ਤੁਹਾਡਾ ਜਿਹੜਾ ਬਿਹੇਵੀਅਰ ਹੈ ਉਹ ਸਹੀ ਨਹੀਂ ਹੈਗਾ, ਤੁਹਾਡੇ ਕੰਮ ਕਰਨ ਦਾ ਤਰੀਕਾ ਸਾਨੂੰ ਸਹੀ ਨਹੀਂ ਲੱਗਿਆ ਜੀ। ਸੰਵਿਧਾਨ ਦੇ ਮਤਲਬ ਆਰਟੀਕਲ ਸੰਵਿਧਾਨ ਦੇ ਅਨੁਸਾਰ ਤੁਸੀਂ ਨਹੀਂ ਕੰਮ ਕਰ ਰਹੇ, ਉਹਨੂੰ ਮਿਸਬਿਹੇਵੀਅਰ ਮੰਨਿਆ ਜਾਊਗਾ। ਇਨਕੈਪੈਸਿਟੀ ਦਾ ਮਤਲਬ ਕੀ ਹੈ ਜੀ? ਵੀ ਤੁਸੀਂ ਆਪਣੀ ਸਰਵਿਸਿਜ਼ ਦੇ ਨਹੀਂ ਪਾ ਰਹੇ, ਤੁਸੀਂ ਉਸ ਸਮੇਂ ਜੋ ਜੱਜ ਦੀਆਂ ਡਿਊਟੀਜ਼ ਬਣਦੀਆਂ ਸੀ ਉਹ ਪਰਫਾਰਮ ਨਹੀਂ ਕਰ ਪਾ ਰਹੇ। ਠੀਕ ਹੈ ਜੀ। ਹੁਣ ਇਸ ਕੇਸ ਦੇ ਵਿੱਚ ਜਿਹੜਾ ਪਾਰਲੀਮੈਂਟ ਹੈ ਉਹਦੇ ਵਿੱਚ ਰੈਜ਼ੋਲੂਸ਼ਨ ਸ਼ੁਰੂ ਹੋਊਗਾ। ਰੈਜ਼ੋਲੂਸ਼ਨ ਤਾਂ ਸ਼ੁਰੂ ਹੋਊਗਾ ਜੇਕਰ ਲੋਕ ਸਭਾ ਦੇ ਵਿੱਚ ਘੱਟੋ ਘੱਟ 100 ਮੈਂਬਰ, ਇਹ ਲਿਖ ਲਿਓ ਗੱਲ, ਇੱਥੇ ਮੈਂ ਨਹੀਂ ਲਿਖੀ, ਜਾਂ ਰਾਜ ਸਭਾ ਦੇ ਵਿੱਚ ਘੱਟੋ ਘੱਟ 50 ਮੈਂਬਰ ਸਾਈਨ ਕਰਕੇ ਸਪੀਕਰ ਨੂੰ ਜਾਂ ਚੇਅਰਮੈਨ ਨੂੰ ਦੇਣਗੇ ਵੀ ਸਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਇਸ ਜੱਜ ਦੇ ਖਿਲਾਫ ਮੋਸ਼ਨ ਸ਼ੁਰੂ ਕਰੀਏ, ਇਹਨੂੰ ਹਟਾਉਣਾ ਅਸੀਂ, ਸਾਨੂੰ ਲੱਗਦਾ ਵੀ ਕੋਈ ਗੜਬੜ ਆ। ਉਹ ਸਪੀਕਰ ਅਸੈਪਟ ਕਰੂਗਾ, ਸਪੀਕਰ ਲਊਗਾ ਉਹਨੂੰ ਅਤੇ ਸਪੀਕਰ ਫਿਰ ਇੱਕ 3 ਮੈਂਬਰੀ ਕਮੇਟੀ ਬਣਾਊਗਾ। ਉਹਨੂੰ ਫਿਰ ਉਹਦਾ ਨਾਮ ਲਿਖ ਕੇ ਦੇ ਦੂਗਾ ਵੀ ਦੇਖੋ ਜੀ ਆਹ ਬੰਦਾ ਹੈਗਾ ਇਹ ਸੁਪਰੀਮ ਕੋਰਟ ਦਾ ਜੱਜ ਹੈਗਾ, ਇਹਦੇ ਖਿਲਾਫ ਮੋਸ਼ਨ ਸ਼ੁਰੂ ਹੋਇਆ, ਤੁਹਾਨੂੰ ਕੀ ਲੱਗਦਾ ਵੀ ਇਹਦਾ ਕਸੂਰ ਹੈ, ਕਰੋ ਇਹਦੇ ਉੱਪਰ ਕਾਰਵਾਈ ਕਰੋ। ਉਹ 3 ਮੈਂਬਰੀ ਕਮੇਟੀ ਕਿਹੜੀ ਹੋਊਗੀ? ਉਹ 'ਚ ਇੱਕ ਤਾਂ ਚੀਫ ਜਸਟਿਸ ਆਫ ਇੰਡੀਆ ਹੋਊਗਾ, ਇੱਕ ਚੀਫ ਜਸਟਿਸ ਹੋਊਗਾ ਕਿਸੇ ਹਾਈ ਕੋਰਟ ਦਾ, ਅਤੇ ਇੱਕ ਹੋਊਗਾ ਐਮੀਨੈਂਟ ਜੂਰਿਸਟ। ਕੋਈ ਬਹੁਤ ਮਹਾਨ ਇਨਸਾਨ ਜਿਹਨੂੰ ਲਾਅ ਦੀ ਨੌਲੇਜ ਹੈ। ਹੁਣ ਜੇਕਰ ਇਸ ਕਮੇਟੀ ਨੇ ਕਹਿਤਾ ਕਿ ਹਾਂਜੀ ਸਾਨੂੰ ਤਾਂ ਲੱਗਦਾ ਜੀ ਵੀ ਕਸੂਰ ਤਾਂ ਹੈ, ਫਿਰ ਉਹਨੂੰ 14 ਦਿਨ ਦਾ ਟਾਈਮ ਦਿੱਤਾ ਜਾਊਗਾ। ਉਸ ਤੋਂ ਬਾਅਦ ਫਿਰ ਵੋਟਿੰਗ ਹੋਊਗੀ ਸਪੈਸ਼ਲ ਮੈਜੋਰਟੀ ਦੇ ਨਾਲ। ਜੇਕਰ ਉਹ ਜਿਹੜਾ ਮੋਸ਼ਨ ਹੈ ਉਹ ਪਾਸ ਹੋ ਜਾਂਦਾ ਤਾਂ ਫਿਰ ਉਹ ਜਿਹੜਾ ਹੈਗਾ ਉਹ ਲਿਖ ਕੇ ਵੀ ਮੋਸ਼ਨ ਪਾਸ ਦੋਨਾਂ ਹਾਊਸਿਸ 'ਚ ਸਪੈਸ਼ਲ ਮੈਜੋਰਟੀ ਨਾਲ, ਸਪੈਸ਼ਲ ਮੈਜੋਰਟੀ ਆਪਾਂ ਪੜ੍ਹ ਚੁੱਕੇ ਹਾਂ ਨਾ, 2/3 ਪ੍ਰੈਜ਼ੈਂਟ ਐਂਡ ਵੋਟਿੰਗ। ਫਿਰ ਉਸ ਤੋਂ ਬਾਅਦ ਰਾਸ਼ਟਰਪਤੀ ਉਹ 'ਤੇ ਸਾਈਨ ਕਰ ਦੂਗਾ, ਇੱਕ ਆਰਡਰ ਦੇ ਨਾਲ ਉਹਨੂੰ ਰਿਮੂਵ ਕਰ ਦਿੱਤਾ ਜਾਊਗਾ। ਠੀਕ ਹੈ ਜੀ। ਕਪੈਸਿਟੀ ਦਾ ਮਤਲਬ ਤਾਂ ਸ਼ਮਤਾ, ਤੁਹਾਡੀ ਸ਼ਮਤਾ ਨਹੀਂ ਹੈਗੀ ਆਪਣੇ ਆਫਿਸ 'ਚ ਕੰਮ ਕਰਨ ਦੀ। ਠੀਕ ਹੈ ਨਾ ਜੀ। ਚਲਿਏ ਅੱਗੇ। ਸੁਪਰੀਮ ਕੋਰਟ ਦਾ ਜਿਹੜਾ ਸਭ ਤੋਂ ਵੱਡਾ ਜੱਜ ਹੁੰਦਾ ਸੀ ਉਹਦੀ ਸੈਲਰੀ ਪਹਿਲਾਂ ਹੁੰਦੀ ਸੀ 1 ਲੱਖ। ਗੱਲ ਸਮਝ ਆਈ? ਅਤੇ ਬਾਕੀ ਜੱਜਾਂ ਦੀ ਸੈਲਰੀ ਹੁੰਦੀ ਸੀ ਜੀ 90,000 ਪਹਿਲਾਂ।
ਅਤੇ ਹਾਈ ਕੋਰਟ 'ਚ ਕੀ ਸਿਸਟਮ ਸੀ? ਹਾਈ ਕੋਰਟ ਦਾ ਜਿਹੜਾ ਸਭ ਤੋਂ ਵੱਡਾ ਸੀਨੀਅਰ ਮੋਸਟ ਚੀਫ ਜਸਟਿਸ ਹੁੰਦਾ ਉਹਦੀ ਸੈਲਰੀ ਹੁੰਦੀ ਸੀ 90,000 ਅਤੇ ਹਾਈ ਕੋਰਟ ਦੇ ਬਾਕੀ ਜੱਜਾਂ ਦੀ ਸੈਲਰੀ ਕਿੰਨੀ ਹੁੰਦੀ ਸੀ? 80,000। ਉਹਨਾਂ ਨੂੰ ਡਿਸਕਸ ਕਰਨਾ ਸਹੀ ਨਹੀਂ ਹੈਗਾ। ਮੈਂ 1.25 ਲੱਖ ਬੋਲ ਗਿਆ ਸੀ ਪਹਿਲਾਂ, 1.25 ਲੱਖ ਨਹੀਂ, ਠੀਕ ਹੈ ਨਾ। ਉਹ ਹੁਣ ਫਿਰ ਵੀ ਤੁਸੀਂ ਕਹਿ ਰਹੇ ਹੋ ਤਾਂ ਆਪਾਂ ਡਿਸਕਸ ਕਰ ਲੈਣਾ ਤਾਂ ਕਿ ਕਲੀਅਰ ਹੋ ਜਾਏ ਡਾਊਟ। ਪਹਿਲਾਂ ਇਹ ਸਿਸਟਮ ਸੀ, ਠੀਕ ਹੈ। ਹੁਣ ਚੀਫ ਜਸਟਿਸ ਆਫ ਇੰਡੀਆ ਜਿਹੜਾ ਹੈਗਾ ਉਹਦੀ ਸੈਲਰੀ 2,80,000 ਹੋ ਗਈ ਅਤੇ ਬਾਕੀ ਜੱਜਾਂ ਦੀ 2.5 ਲੱਖ। ਹਾਈ ਕੋਰਟ ਦੇ ਸਭ ਤੋਂ ਵੱਡੇ ਚੀਫ ਜਸਟਿਸ ਦੀ ਜਿਹੜੀ ਕਿ 2.5 ਲੱਖ ਅਤੇ ਬਾਕੀਆਂ ਦੀ 2,25,000। ਠੀਕ ਹੈ ਨਾ। ਪੁਰਾਣਾ ਡਿਸਕਸ ਕਾਹਦੇ ਵਾਸਤੇ ਕਰਨਾ? ਮੈਂ ਪਹਿਲਾਂ ਗਲਤੀ ਨਾਲ 1.25 ਲੱਖ ਬੋਲ ਗਿਆ ਸੀ ਉਹਨੇ। ਪਹਿਲਾਂ ਰਾਸ਼ਟਰਪਤੀ ਦੀ ਸੈਲਰੀ 1.5 ਲੱਖ ਹੁੰਦੀ ਸੀ, ਉਪ ਰਾਸ਼ਟਰਪਤੀ ਦੀ 1.25 ਲੱਖ ਹੁੰਦੀ ਸੀ ਅਤੇ ਜਿਹੜਾ ਰਾਜਪਾਲ ਹੁੰਦਾ ਸੀ ਉਹਦੀ ਸੈਲਰੀ ਕਿੰਨੀ ਹੁੰਦੀ ਸੀ? 1,10,000। ਠੀਕ ਹੈ। ਹੁਣ ਰਾਸ਼ਟਰਪਤੀ ਦੀ ਸੈਲਰੀ 5 ਲੱਖ ਹੈ, ਉਪ ਰਾਸ਼ਟਰਪਤੀ ਦੀ 4 ਲੱਖ ਹੈ, ਰਾਜਪਾਲ ਦੀ 3.5 ਲੱਖ ਹੈ। ਸੁਪਰੀਮ ਕੋਰਟ ਦੇ ਜੱਜਾਂ ਦੀ ਮੈਂ ਤੁਹਾਨੂੰ ਦੱਸਤੀ। ਕਲੀਅਰ ਹੈ ਜੀ? ਆ ਕਲੀਅਰ ਹੋ ਗਿਆ ਸਾਰਾ? ਇਸ ਤਰੀਕੇ ਨਾਲ ਜਿਹੜਾ ਹੈਗਾ ਸ਼ੁਰੂਆਤ ਕਿੱਥੇ ਹੋਊਗੀ? ਪਾਰਲੀਮੈਂਟ 'ਚ ਹੋਊਗੀ। 100 ਮੈਂਬਰ ਲੋਕ ਸਭਾ ਦੇ ਜਾਂ 50 ਮੈਂਬਰ ਰਾਜ ਸਭਾ ਦੇ ਲਿਖ ਕੇ ਦੇਣ, ਰੈਜ਼ੋਲੂਸ਼ਨ ਅਸੈਪਟ ਹੋਊਗਾ, ਸਪੀਕਰ 3 ਮੈਂਬਰੀ ਕਮੇਟੀ ਬਿਠਾਊਗਾ, ਜਿਹਨੇ ਅਪਰੂਵ ਕਰਤਾ ਫਿਰ ਬਿੱਲ ਪਾਸ ਹੋਊਗਾ। ਬਿੱਲ ਪਾਸ ਹੋ ਗਿਆ, ਰਾਸ਼ਟਰਪਤੀ ਨੇ ਆਰਡਰ ਕਰਕੇ ਬਾਹਰ ਕੱਢ ਦੇਣਾ। ਅੱਜ ਤੱਕ ਸਾਡੇ ਦੇਸ਼ ਦੇ ਵਿੱਚ ਕੋਈ ਸੁਪਰੀਮ ਕੋਰਟ ਦੇ ਜੱਜ ਨੂੰ ਅਸੀਂ ਨਹੀਂ ਹਟਾਇਆ ਇਸ ਤਰੀਕੇ ਨਾਲ। ਪਰ ਇੱਕ ਹੁੰਦੇ ਸੀ ਜਸਟਿਸ ਵੀ ਰਾਮਾ ਸਵਾਮੀ, ਸੁਪਰੀਮ ਕੋਰਟ ਦੇ ਜੱਜ ਸੀਗੇ। ਇਹਨਾਂ ਦੇ ਖਿਲਾਫ ਇੱਦਾਂ ਹੀ ਮੋਸ਼ਨ ਸ਼ੁਰੂ ਹੋ ਗਿਆ ਸੀ, ਠੀਕ ਹੈ। ਪਰ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਬਚਾ ਲਿਆ ਸੀ, ਵੋਟ ਕਰਨ ਤੋਂ ਮਨਾ ਕਰਤਾ ਸੀ। ਉਦੋਂ ਕਾਂਗਰਸ ਪਾਰਟੀ ਸਰਕਾਰ 'ਚ ਹੁੰਦੀ ਸੀ, ਸੱਤਾਧਾਰੀ ਸਰਕਾਰ। ਮਤਲਬ ਸਪੈਸ਼ਲ ਮੈਜੋਰਟੀ ਨਾਲ ਜੇ ਬਿੱਲ ਪਾਸ ਹੁੰਦਾ ਤਾਂ ਹੀ ਇਹ ਹਟਦੇ ਨਾ। ਉਦੋਂ ਕਾਂਗਰਸ ਦੀ ਸਰਕਾਰ ਸੀ, ਸਪੈਸ਼ਲ ਮੈਜੋਰਟੀ ਤਾਂ ਫਿਰ ਉਹੀ ਬਣਾ ਸਕਦੇ ਸੀ। ਉਹਨਾਂ ਨੇ ਬਣਾਇਆ ਨਹੀਂ, ਇਹ ਬਚ ਗਏ। ਠੀਕ ਹੈ ਜੀ। ਇਹ ਸੀ ਹੁਣ ਤੱਕ ਵੀ ਹਵਾ ਕਿਸੇ ਜੱਜ ਨੂੰ ਇੰਪੀਚ ਨਹੀਂ ਕੀਤਾ। ਸੈਲਰੀਜ਼ ਆ ਗਈਆਂ ਕਿ ਆਪਾਂ ਹੁਣੇ ਡਿਸਕਸ ਕਰ ਰਹੇ ਸੀ। ਤਾਂ ਸੁਪਰੀਮ ਕੋਰਟ ਦੇ ਜਿਹੜੇ ਜੱਜ ਹੁੰਦੇ ਨੇ ਉਹਨਾਂ ਦੀ ਸੈਲਰੀ ਦੇਖੋ ਤੁਹਾਡੇ ਸਾਹਮਣੇ।